ये हुण इक्को ही तरीका योगी मोदी जां उन्हां दे अमित शाह हुणां कोलों बचिया कि लोकां नूं आपस विच लड़ा के नफरत दे बीज बीज के इन्ना कमज़ोर कर दो कि वो फिर अखीर च वोटां वेले थोड़ा बहुत लालच दे के कुछ भन्न तोड़ करके वो वोटां लै लैण। दुनिया दे अंदर हर कोई कहंदा कि प्यार जिहड़ा वधाउणा चाहीदा। ये जे किते लख अलग अलग बरादरियां दा साडे संविधान च भी है, अलग अलग बरादरियां दा अलग अलग धर्मां दा आपस विच बेतफाकी होवे तां खुश होंदी। इहदा मतलब इन्हां दी मानसिकता बीमार मानसिकता हो चुकी है। डिसलाइक बहुत है सी सोशल मीडिया ते लोगों ने शीशा तो दिखाता क्योंकि मेजोरिटी उन्होंने कोल है और वो मन के चलते हैं कि वो जिहड़े एक वर्ग ਜਾਂ एक धर्म नाल जुड़े ने वो उत्तम है। किते ना किते उन्हों की जिहड़ी सोच खोटी आ गड़बड़ तो यह है ना। ਕੀ ਤੁਸੀਂ ਦੇਸ਼ ਦੇ ਅੰਦਰ ਸੋਚ ਸਕਦੇ ਹੋ ਕਿ ਉਹ ਜਿਹੜਾ ਸਮਾਜ ਉਹ ਬਿਨਾਂ ਜਾਤ ਤੋਂ ਹੋਵੇ, ਯਾਨੀ ਜਿਹਦਾ ਆਧਾਰ ਹੀ ਨਫ਼ਰਤ ਤੇ ਸਮਾਜ ਨੂੰ ਕਮਜ਼ੋਰ ਕਰਨਾ ਹੋਵੇ, ਔਰ ਜਿਹਦੇ ਵਿਰੁੱਧ ਕਈ ਧਰਮਾਂ ਨੇ ਕੋਸ਼ਿਸ਼ ਕੀਤੀ ਪਰ ਅਜੇ ਤੱਕ ਨਹੀਂ ਤੋੜ ਸਕੇ। ਇਸ ਲਈ ਉਹਨਾਂ ਲੋਕਾਂ ਨੂੰ ਤੇ ਗੁੜਤੀ ਹੀ ਇਸ ਗੱਲ ਦੀ ਆ, ਉਸ ਰਾਜਨੀਤੀ ਨੂੰ ਔਰ ਉਸ ਕਿਸਮ ਦੀ ਸੋਚ ਨੂੰ, ਉਸ ਸਮਾਜ ਨੂੰ ਤੇ ਗੁੜਤੀ ਇਸ ਗੱਲ ਦੀ ਹੈ ਕਿ ਤੁਸੀਂ ਨਫ਼ਰਤ ਫੈਲਾਉਣੀ ਆ। ਹੁਣ ਤਾਂ ਰਾਈਟਰਾਂ ਤੇ ਕਵੀਆਂ ਤੇ ਸਿੱਧੇ ਪਰਚੇ ਦਰਜ ਹੋਣ ਲੱਗ ਪਏ ਨੇ। ਇਹ ਕਿਤੇ ਨਾ ਕਿਤੇ ਸੱਚ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼। जिस दिन साडी जिहड़ी शहरी आज़ादियां UAPA बनिया, पता सी कि किसी नूं भी चक के अंदर दिया करनगे और इन्हां ने सीधा हुण दिल्ली वालों आके जिस तरह का NIA जां होर एक्ट बनाए आ, वो किसी भी स्टेट के सूबे की सरकार ते पुलिस नूं बिना पुछे बंदे नूं चुक के लिजा सकते और अंदर सुट सकते। तुसीं 6-6 महीने बैठे रहो, सड़ते रहो। ਪਹਿਲਾਂ ਤੁਸੀਂ ਦੇਖਿਆ ਸਾਡੇ ਰਾਜਨੀਤਿਕ ਸਿਸਟਮ ਦੇ ਵਿੱਚ ਧੱਕੇ ਨਾਲ ਕਾਨੂੰਨ ਬਣਾਏ ਜਾਣ ਲੋਕਾਂ ਦੀ ਬਿਨਾਂ ਰਾਏ ਤੋਂ ਜਾਂ ਬਿਨਾਂ ਲੋੜ ਤੋਂ। ਇਹ ਪਹਿਲੀ ਵਾਰ ਇਹ ਵੀ ਸਿਲਸਿਲਾ ਪਹਿਲੀ ਵਾਰ ਹੋ ਰਿਹਾ। ਅਕਾਲੀ ਦਲ ਹੋਵੇ ਜਾਂ ਕਾਂਗਰਸ ਹੋਵੇ, ਜੇ ਪੰਜਾਬ ਦੇ ਵਿੱਚ ਉਹਨਾਂ ਨੇ ਕੁਝ ਕਰਨਾ ਹੋਵੇ, ਮੈਂ ਇੰਨੀ ਗੱਲ ਹੀ ਕਹਿਣੀ ਚਾਹੁੰਦਾ ਐਗਜ਼ਾਮਪਲ ਲਈ, ਕਰਨਾ ਹੋਵੇ ਤੇ ਕੀ ਵੱਡੇ ਵੱਡੇ ਜਲੂਸ ਕੱਢ ਕੇ ਦਿੱਲੀ ਨੂੰ ਉਹ ਨਹੀਂ ਲਿਜਾ ਸਕਦੇ। ਇੰਨੀ ਆਰਗੇਨਾਈਜ਼ਡ ਪਾਵਰ ਹੈ ਉਹਨਾਂ ਕੋਲ, ਕੋਈ ਕਿਸੇ ਕਿਸਮ ਦਾ ਤੁਸੀਂ ਵੱਡਾ ਮਜ਼ਾਰਾ ਉਹਨਾਂ ਨੂੰ ਦੇਖਦੇ ਆ। ਕਿਸਾਨ ਵਿਚਾਰੇ ਲੱਗੇ ਆ ਦੀ ਜੇ ਆਪਾਂ ਗੱਲ ਕਰ ਲਈਏ, ਇੱਕ ਲੁਕਵਾ ਏਜੰਡਾ ਉਹ ਓਪਨਲੀ ਨਹੀਂ ਕਹਿੰਦੇ, ਮਤਲਬ ਕਿਤੇ ਨਾ ਕਿਤੇ ਅੰਦਰ ਖਾਤੇ ਗੱਲ ਚੱਲ ਰਹੀ ਹੈ ਕਈ ਸਾਲਾਂ ਤੋਂ। ਉਹ ਏਜੰਡਾ ਨਹੀਂ ਉਜਾਗਰ ਕਰਨਗੇ। ਜਿਵੇਂ ਤੁਸੀਂ ਕਿਹਾ ਮੋਦੀ ਜੀ ਆਪਣਾ ਚਿਹਰਾ ਅਸਲੀ ਦਿਖਾ ਦੇਣ, ਇਹੀ ਤਾਂ ਫੰਡਾ ਉਹਨਾਂ ਦਾ, ਮਤਲਬ ਇਹੀ ਤਾਂ ਉਹਨਾਂ ਦੀ ਰਾਜਨੀਤੀ ਹੈ। ਇਹ ਨੰਗ ਧੜੰਗ ਬੰਦਿਆਂ ਨੇ ਜਿਨ੍ਹਾਂ ਦੇ ਕੋਲ ਬਚਣ ਦਾ ਹੀ ਕੋਈ ਅਸਾਰ ਨਹੀਂ ਹੈ, ਅਗਲੇ ਦਿਨ ਦੀ ਰੋਟੀ ਦਾ ਕੋਈ ਅਸਾਰ ਨਹੀਂ। ਜਦੋਂ ਉਹਨਾਂ ਨੇ ਲੜਨਾ, ਉਹਨਾਂ ਗੁੱਸੇ ਦੇ ਨਾਲ ਲੜਨਾ, ਤਾਂ ਉਹਦੇ ਵਿੱਚੋਂ ਫਿਰ ਜਿਹੜਾ ਸ਼ਕਤੀ ਪੈਦਾ ਹੁੰਦੀ ਹੈ, ਉਹਦਾ ਭਾਂਬੜ ਦੀ ਅੱਗ ਜਿਹੜੀ ਉਹਦਾ ਸੇਕ ਬਹੁਤ ਦੂਰ ਤੱਕ ਜਾਂਦਾ, ਉਹ ਵੱਡਿਆਂ ਨੂੰ ਸੁਧਾਰ। ਦੇਸ਼ ਵਿੱਚ ਘੱਟ ਗਿਣਤੀਆਂ ਦੇ ਹਮਲੇ ਵਾਰ-ਵਾਰ ਹੁੰਦੇ ਰਹਿੰਦੇ ਨੇ ਤੇ ਘੱਟ ਗਿਣਤੀਆਂ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਹੁਣ ਤਾਂ ਗੱਲ ਇੱਥੋਂ ਤੱਕ ਪਹੁੰਚ ਗਈ ਹੈ ਕਿ ਸਿੱਧੀਆਂ ਧਮਕੀਆਂ ਦੇਣ ਲੱਗ ਪਏ ਨੇ ਕਿ ਰਾਮ ਨਾਮ ਸੱਤ ਹੈ, ਹਸਰ ਕਰ ਦੇਣਾ ਉਹਨਾਂ ਲੋਕਾਂ ਦਾ ਜਿਹੜੇ ਉਹਨਾਂ ਦੀ ਇੰਨੀ ਮੰਨਣਗੇ। ਸਾਰੇ ਕਾਸਤੇ ਗੱਲ ਕਰਾਂਗੇ ਇਸ ਵਰਤਾਰੇ ਬਾਰੇ ਪ੍ਰੋਫੈਸਰ ਮਨਜੀਤ ਸਿੰਘ ਨਾਲ, ਜੋ ਸਮਾਜ ਵਿਗਿਆਨੀ ਨੇ, ਜੋ ਪੰਜਾਬੀ ਚਿੰਤਕ ਨੇ। ਡਾਕਟਰ ਸਾਹਿਬ, ਜਿਹੜਾ ਵਰਤਾਰਾ ਨਵਾਂ ਚੱਲ ਰਿਹਾ, ਰਾਮ ਨਾਮ ਸੱਤ ਹੈ ਦੀਆਂ ਸਿੱਧੀਆਂ ਧਮਕੀਆਂ, ਉਹਨਾਂ ਖਿਲਾਫ ਕੋਈ ਕਾਰਵਾਈ ਨਹੀਂ, ਜਿਹੜਾ ਉਹਨਾਂ ਦਾ ਵਿਰੋਧ ਕਰਦਾ ਉਹਨਾਂ ਦੇ ਕੇਸ ਵੀ ਦਰਜ ਹੋ ਰਹੇ ਨੇ। ਇਹ ਵਰਤਾਰਾ ਮਾਨਵਤਾ ਦੇ ਐਂਟੀ ਆ। ਇਹ ਕਿਉਂ ਚੱਲ ਰਿਹਾ ਵਰਤਾਰਾ, ਕਾਰਨ ਕੀ ਨੇ? ਦੇਖੋ, ਇਹ ਬੜਾ ਸਾਫ਼ ਹੈਗਾ ਆ ਕਿ ਇਹਦਾ ਮਤਲਬ ਕਿ ਉਹ ਆਪਣੀ ਪੋਜ਼ਿਟਿਵ ਕੰਟਰੀਬਿਊਸ਼ਨ ਕਰਕੇ, ਚੰਗਾ ਰਾਜ ਕਰਕੇ ਉਹ ਰਾਜ ਨਹੀਂ ਕਰਨ ਦੇ ਕਾਬਿਲ ਹੈਗੇ। ਹੁਣ ਇੱਕੋ ਹੀ ਤਰੀਕਾ योगी मोदी ਜਾਂ ਉਹਨਾਂ ਦੇ ਅਮਿਤ ਸ਼ਾਹ ਹੁਣਾਂ ਕੋਲੋਂ ਬਚਿਆ ਕਿ ਲੋਕਾਂ ਨੂੰ ਆਪਸ ਵਿੱਚ ਲੜਾ ਕੇ ਨਫ਼ਰਤ ਦੇ ਬੀਜ ਬੀਜ ਕੇ ਇੰਨਾ ਕਮਜ਼ੋਰ ਕਰ ਦੋ ਕਿ ਉਹ ਫਿਰ ਅਖੀਰ 'ਚ ਵੋਟਾਂ ਵੇਲੇ ਥੋੜਾ ਬਹੁਤ ਲਾਲਚ ਦੇ ਕੇ ਕੁਝ ਭੰਨ ਤੋੜ ਕਰਕੇ ਉਹ ਵੋਟਾਂ ਲੈ ਲੈਣ। ਇਹ ਉਸ ਸਾਰੀ ਕੜੀ ਦਾ ਹਿੱਸਾ। ਇਹ ਸਮਾਜ ਲਈ ਲੰਬੇ ਦੌਰ ਦੇ ਉੱਤੇ ਬੜਾ ਘਾਤਕ ਹੈਗਾ। ਇਹਦੇ ਬਹੁਤ ਹੀ ਸਮਾਜ ਨੂੰ ਤੇ ਦੇਸ਼ ਨੂੰ ਤੋੜਨ ਵਾਲੇ ਦੇ ਨਤੀਜੇ ਨਿਕਲਣਗੇ। ਸਮਾਜ ਦੇ ਅੰਦਰ ਹੋਰ ਲੋਕ ਆਪਣੀ ਆਜ਼ਾਦ ਮਾਨਸਿਕਤਾ ਦੇ ਨਾਲ ਘੁੰਮਣ ਤੋਂ ਡਰਨਗੇ ਔਰ ਆਪਣੇ ਖਿਆਲ ਆਜ਼ਾਦ ਰੱਖਣ ਤੋਂ ਵੀ ਉਹ ਡਰਨਗੇ। ਇਸ ਕਿਸਮ ਦਾ ਇੱਕ ਮਾਹੌਲ ਦੇਸ਼ ਵਿੱਚ ਪੈਦਾ ਕੀਤਾ ਜਾ ਰਿਹਾ। ਜਿਹੜਾ ਤੁਸੀਂ ਯੋਗੀ ਦਾ ਰੈਫਰੈਂਸ ਦਿੱਤਾ ਕਿ ਲਵ ਜਿਹਾਦ ਦੇ ਵਿਰੁੱਧ ਉਹ ਕਾਨੂੰਨ ਲੈ ਕੇ ਆ ਰਹੇ ਆ। ਖੱਟੜ ਸਾਹਿਬ ਨੇ ਵੀ, ਜੋ ਹਰਿਆਣੇ ਦੇ ਚੀਫ ਮਿਨਿਸਟਰ ਆ, ਕਿਉਂਕਿ ਸਾਰੇ RSS ਦੇ ਫਰਮੇ 'ਚੋਂ ਹੀ ਨਿਕਲੇ ਹੋਏ ਆ, ਉਹ ਕਹਿੰਦੇ ਕਿ ਮੈਂ ਵੀ ਇਹੋ ਜਿਹਾ, ਹਾਲਾਂਕਿ ਇੱਥੇ ਕੋਈ ਲਵ ਜਿਹਾਦ ਦਾ ਮਾਮਲਾ ਹੀ ਨਹੀਂ ਹੈ। ਸਿਰਫ ਤੇ ਸਿਰਫ ਮੋਦੀ ਜੀ ਨੂੰ ਖੁਸ਼ ਕਰਨ ਲਈ ਕਿ ਦੇਖੋ ਅਸੀਂ ਵੀ ਕਾਨੂੰਨ ਇਹੋ ਜਿਹਾ ਲਿਆ ਰਹੇ ਹਾਂ। ਮਤਲਬ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਕਿ ਦੁਨੀਆ ਦੇ ਅੰਦਰ ਹਰ ਕੋਈ ਕਹਿੰਦਾ ਕਿ ਪਿਆਰ ਜਿਹੜਾ ਵਧਾਉਣਾ ਚਾਹੀਦਾ। ਇਹ ਜੇ ਕਿਤੇ ਅਲੱਗ ਅਲੱਗ ਬਰਾਦਰੀਆਂ ਦਾ ਸਾਡੇ ਸੰਵਿਧਾਨ 'ਚ ਵੀ ਹੈ, अलग अलग बरादरियां का अलग अलग धर्मां का आपस में
ਬੇਇਤਫਾਕੀ ਹੋਵੇ ਇਹ ਤਾਂ ਖੁਸ਼ ਹੁੰਦੀ। ਇਹਦਾ ਮਤਲਬ ਇਹਨਾਂ ਦੀ ਮਾਨਸਿਕਤਾ ਬਿਮਾਰ ਮਾਨਸਿਕਤਾ ਹੋ ਚੁੱਕੀ ਹੈ ਔਰ ਉਹ ਬਿਮਾਰ ਮਾਨਸਿਕਤਾ ਦੇ ਵਿੱਚੋਂ ਹੀ ਇਸ ਕਿਸਮ ਦੀਆਂ ਸਾਰੀਆਂ ਗੱਲਾਂ ਨਿਕਲ ਰਹੀਆਂ ਕਿ ਘੱਟ ਗਿਣਤੀਆਂ ਤੇ ਤਸ਼ੱਦਦ ਕਰੋ, ਹਮਲਾ ਕਰੋ ਔਰ ਉਹਨਾਂ ਨੂੰ ਇੱਕ ਕਿਸਮ ਦਾ ਜਦੋਂ ਤੁਸੀਂ ਜ਼ਿਆਦਾ ਉਹਨਾਂ ਤੇ ਹਮਲਾ ਕਰੋਗੇ ਤੇ ਬਾਕੀ ਜਿਹੜੀ ਬਹੁ ਗਿਣਤੀ ਆ ਉਸ ਨੂੰ ਪੋਲਰਾਈਜ਼ ਕਰਕੇ ਵੋਟਾਂ 'ਚ ਇਕੱਠੀਆਂ ਕਰਨ ਦੇ ਵਿੱਚ ਇੱਕ ਕਿਸਮ ਦੀ ਸਹੂਲੀਅਤ ਮਿਲਦੀ ਹੈ। ਪਹਿਲਾਂ ਡਾਕਟਰ ਸਾਹਿਬ ਇਹ ਹੁੰਦਾ ਸੀ ਕਿ ਕਿਸੇ ਦੀ ਰਚਨਾ ਮਾੜੀ ਆ, ਬੁੱਕ ਮਾੜੀ ਆ ਜਾਂ ਮਾੜੀ ਲੱਗਦੀ ਹੈ ਸਰਕਾਰਾਂ ਨੂੰ, ਉੱਤੇ ਪਾਬੰਦੀ ਲੱਗ ਜਾਂਦੀ ਸੀ। ਹੁਣ ਤਾਂ ਰਾਈਟਰਾਂ ਤੇ ਕਵੀਆਂ ਤੇ ਸਿੱਧੇ ਪਰਚੇ ਦਰਜ ਹੋਣ ਲੱਗ ਪਏ ਨੇ। ਇਹ ਕਿਤੇ ਨਾ ਕਿਤੇ ਸੱਚ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼। ਮੈਨੂੰ ਲੱਗਦਾ ਜਿਹੜੇ ਸਾਡੇ ਵੀ ਭਾਈ ਸੱਜਣ ਸਾਡੇ ਹੈਗੇ ਆ, ਭਾਵੇਂ ਉਹ ਸਾਹਿਤਕਾਰ ਆ, ਭਾਵੇਂ ਉਹ ਸੋਸ਼ਲ ਐਕਟੀਵਿਸਟ ਆ, ਭਾਵੇਂ ਸਿੱਖ ਧਰਮ ਦੇ ਜਿਵੇਂ ਮਦਈ ਉਸ ਕਿਸਮ ਦੇ ਜਿਹੜੇ ਮਾਨਵਤਾਵਾਦੀ ਆ, ਜਿਹੜੇ ਲੋਕ ਇਨਸਾਫ ਨੂੰ ਪਸੰਦ ਕਰਦੇ ਆ, ਉਹਦੇ ਵਿੱਚ ਜਿਹੜੇ ਚਾਹੁੰਦੇ ਆ, ਉਹ ਸਾਰਿਆਂ ਲਈ ਇਹ ਬੜੀ ਇੱਕ ਚੁਣੌਤੀ ਹੈ। ਜਿੱਦਣ ਇਹ UAPA ਬਣਿਆ ਸੀ ਉਦੋਂ ਕਿਉਂ ਨਹੀਂ ਅਸੀਂ ਇਸ ਦਾ ਪੂਰਾ ਦੇਸ਼ ਦੇ ਅੰਦਰ ਤੂਫਾਨ ਖੜਾ ਕੀਤਾ। ਹੁਣ 3 ਕਾਨੂੰਨ ਬਣੇ ਆ ਕਿਸਾਨਾਂ ਦੇ ਵਿਰੁੱਧ, ਹੁਣ ਅਸੀਂ ਪੂਰਾ ਤੂਫਾਨ ਖੜਾ ਕੀਤਾ, ਰੇਲ ਗੱਡੀਆਂ ਬੰਦ ਹੋਈਆਂ। ਜਿਸ ਦਿਨ ਸਾਡੀ ਜਿਹੜੀ ਸ਼ਹਿਰੀ ਆਜ਼ਾਦੀਆਂ UAPA ਬਣਿਆ, ਪਤਾ ਸੀ ਕਿ ਕਿਸੇ ਨੂੰ ਵੀ ਚੱਕ ਕੇ ਅੰਦਰ ਦਿਆ ਕਰਨਗੇ ਔਰ ਇਹਨਾਂ ਨੇ ਸਿੱਧਾ ਹੁਣ ਦਿੱਲੀ ਵੱਲੋਂ ਇਹ ਆ ਕੇ ਜਿਸ ਤਰ੍ਹਾਂ ਦਾ NIA ਜਾਂ ਹੋਰ ਐਕਟ ਬਣਾਏ ਆ, ਉਹ ਕਿਸੇ ਵੀ ਸਟੇਟ ਦੇ ਸੂਬੇ ਦੀ ਸਰਕਾਰ ਤੇ ਪੁਲਿਸ ਨੂੰ ਬਿਨਾਂ ਪੁੱਛਿਆ ਬੰਦੇ ਨੂੰ ਚੁੱਕ ਕੇ ਲਿਜਾ ਸਕਦੇ ਔਰ ਅੰਦਰ ਸੁੱਟ ਸਕਦੇ। ਤੁਸੀਂ 6-6 ਮਹੀਨੇ ਬੈਠੇ ਰਹੋ, ਛੱਡਦੇ ਰਹੋ। ਆ ਜਿੰਨੇ ਤੁਹਾਡੇ ਇੰਟੈਲੈਕਚੁਅਲ ਹੋਰ ਵੀ ਫੜ ਕੇ ਅੰਦਰ ਸੁੱਟੇ ਆ ਭੀਮਾ ਕੋਰੇਗਾਂਵ ਦੇ ਨਾਂ ਦੇ ਉੱਤੇ, ਕੀ ਹਾਲਤ ਕੀਤੀ ਹੋਈ ਹੈ। ਚੰਗੇ ਤੋਂ ਚੰਗੇ ਮੈਂ ਕਈਆਂ ਬੰਦਿਆਂ ਨੂੰ ਜਾਣਦਾ, ਨਿੱਜੀ ਤੌਰ ਤੇ ਜਾਣਦਾ, ਕਦੀ ਉਹ ਮਾੜਾ ਸੋਚ ਹੀ ਨਹੀਂ ਸਕਦੇ, ਨਾ ਦੇਸ਼ ਪ੍ਰਤੀ ਨਾ ਲੋਕਾਂ ਪ੍ਰਤੀ। ਹਾਂ, ਮੋਦੀ ਜੀ ਨੂੰ ਜਿਹੜੀ ਕੋਈ ਵੀ ਚੰਗੀ ਸੋਚ ਆ ਉਹ ਕਿਉਂਕਿ ਦੁੱਖ ਤਕਲੀਫ ਦਿੰਦੀ ਆ, ਕਿਉਂਕਿ ਉਹ ਲੋਕਾਂ ਨੂੰ ਇਹ ਵਿੱਚ ਨਫ਼ਰਤ ਦੇ ਬੀਜ ਕੇ ਸੱਤਾ ਦੇ ਉੱਤੇ ਕਾਬਜ਼ ਰਹਿਣਾ ਚਾਹੁੰਦੇ ਆ, ਉਹਨਾਂ ਨੂੰ ਤਕਲੀਫ ਜ਼ਰੂਰ ਇਸ ਗੱਲ ਦੀ ਹੁੰਦੀ ਹੈ। ਜਿਹੜੀ ਤੁਸੀਂ ਗੱਲ ਕਹਿ ਰਹੇ ਆ, ਮੈਨੂੰ ਤੇ ਇਹੀ ਹੈਰਾਨੀ ਦੀ ਗੱਲ ਆ ਕਿ ਜਦੋਂ ਸਾਡਾ ਨਿਜ਼ਾਮ ਦੇ ਵਿੱਚ ਗਵਰਨਮੈਂਟ ਦੇ ਅੰਦਰ ਇਹੋ ਜਿਹੀਆਂ ਤਰਮੀਮਾਂ ਆਉਂਦੀਆਂ, ਸਾਡੇ ਲੋਕਾਂ ਨੂੰ ਇੰਨਾ ਕੁ ਜਾਗਰਤ ਹੋਣਾ ਚਾਹੀਦਾ ਰਾਜਨੀਤਿਕ ਤੌਰ ਤੇ ਕਿ ਉਸ ਦਿਨ ਹੀ ਉੱਥੇ ਹੀ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਆ ਪੁੱਟ ਦੇਅਰ ਫੁੱਟ ਡਾਊਨ, ਉਦੋਂ ਹੀ ਸਾਨੂੰ ਐਨ ਖੜੇ ਹੋ ਜਾਣਾ ਚਾਹੀਦਾ ਸੀ ਚਟਾਨ ਵਾਂਗੂ ਕਿ ਇਹ UAPA ਇੱਥੇ ਨਹੀਂ ਰਹਿਣ ਦਿਆਂ। ਹੁਣ ਉਹ ਹੈਗਾ, ਹੁਣ ਉਹ ਸਾਰਾ ਆਪਾਂ ਇਕੱਲੇ ਉਸ ਨੂੰ ਫੇਸ ਕਰ ਰਹੇ ਹਾਂ। ਮੋਦੀ ਨੂੰ ਡਿਸਲਾਈਕ ਬਹੁਤ ਆਈ ਸੀ ਸੋਸ਼ਲ ਮੀਡੀਆ ਤੇ, ਲੋਕਾਂ ਨੇ ਸ਼ੀਸ਼ਾ ਤਾਂ ਦਿਖਾਤਾ ਕਿਉਂਕਿ ਮੈਜੋਰਿਟੀ ਉਹਨਾਂ ਕੋਲ ਹੈ ਔਰ ਉਹ ਮੰਨ ਕੇ ਚੱਲਦੇ ਨੇ ਕਿ ਉਹ ਜਿਹੜੇ ਇੱਕ ਵਰਗ ਜਾਂ ਇੱਕ ਧਰਮ ਨਾਲ ਜੁੜੇ ਨੇ ਉਹ ਉੱਤਮ ਹੈ। ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀ ਸੋਚ ਖੋਟੀ ਆ, ਗੜਬੜ ਤਾਂ ਇਹ ਆ ਨਾ। ਉੱਤਮ ਕੀ ਦੱਸਣਗੇ? ਜਾਣੀ ਤੁਸੀਂ ਕਦੀ ਵੀ ਕੋਈ ਜਿਹੜਾ ਮਨੂਵਾਦੀ ਸੋਚ ਆ ਜਾਂ ਜਿਹੜੀ ਬ੍ਰਹਿਮਨੀਕਲ ਸੋਚ ਹੈ, ਮੈਂ ਬ੍ਰਾਹਮਣ ਨਹੀਂ ਕਹਿ ਰਿਹਾ, ਬ੍ਰਹਿਮਨੀਕਲ ਸੋਚ ਜਿਹੜਾ ਉਹ ਫਲਸਫਾ ਆ, ਹਿੰਦੂਤਵ ਦਾ ਆਪਾਂ ਕਹਿ ਦਈਏ, ਹਿੰਦੂਤਵ ਮਤਲਬ ਹਾਂ ਬ੍ਰਹਿਮਨੀਕਲ ਸੋਚ ਜਿਹੜੀ ਹੈ ਉਹ ਜਿਹੜਾ ਫਲਸਫਾ ਆ, ਕੀ ਤੁਸੀਂ ਦੇਸ਼ ਦੇ ਅੰਦਰ ਸੋਚ ਸਕਦੇ ਹੋ ਕਿ ਉਹ ਜਿਹੜਾ ਸਮਾਜ ਉਹ ਬਿਨਾਂ ਜਾਤ ਤੋਂ ਹੋਵੇ? ਜਾਣੀ ਜਿਹਦਾ ਆਧਾਰ ਹੀ ਨਫ਼ਰਤ ਤੇ ਸਮਾਜ ਨੂੰ ਕਮਜ਼ੋਰ ਕਰਨਾ ਹੋਵੇ ਔਰ ਜਿਹਦੇ ਵਿਰੁੱਧ ਕਈ ਧਰਮਾਂ ਨੇ ਕੋਸ਼ਿਸ਼ ਕੀਤੀ ਪਰ ਅਜੇ ਤੱਕ ਨਹੀਂ ਤੋੜ ਸਕੇ। ਇਸ ਲਈ ਉਹਨਾਂ ਲੋਕਾਂ ਨੂੰ ਤੇ ਗੁੜਤੀ ਹੀ ਇਸ ਗੱਲ ਦੀ ਆ, ਉਸ ਰਾਜਨੀਤੀ ਨੂੰ ਔਰ ਉਸ ਕਿਸਮ ਦੀ ਸੋਚ ਨੂੰ, ਉਸ ਸਮਾਜ ਨੂੰ ਤੇ ਗੁੜਤੀ ਇਸ ਗੱਲ ਦੀ ਹੈ ਕਿ ਤੁਸੀਂ ਨਫ਼ਰਤ ਫੈਲਾਉਣੀਆਂ ਔਰ ਅਪਰੈਸ਼ਨ ਕਰਨਾ, ਬਹੁਤ ਸਾਰੇ ਵੱਡੇ ਸੈਕਸ਼ਨ ਨੂੰ ਤੁਸੀਂ ਇਨਸਾਨੀਅਤ ਦਾ ਵੀ ਦਰਜਾ ਨਹੀਂ ਦੇਣਾ, ਜਿਹਨੂੰ ਤੁਸੀਂ ਅਨਟੱਚੇਬਲ ਕਹਿੰਦੇ ਆ। ਉਹ ਇਕੱਲਾ ਅਨਟੱਚੇਬਿਲਟੀ ਦੀ ਗੱਲ ਨਹੀਂ ਹੈ, ਉਹ ਜਨੇਊ ਵੀ ਨਹੀਂ ਪਹਿਨ ਸਕਦੇ, ਉਹਨੂੰ ਸਿਸਟਮ ਦਾ ਹਿੱਸਾ ਹੀ ਨਹੀਂ ਬਣਦੇ। ਇਹਦਾ ਮਤਲਬ ਜਾਂ ਤਾਂ ਉਹਨਾਂ ਨੂੰ ਸਲੇਵ ਮੰਨਦੇ, ਜਿਵੇਂ ਚੈਟਲ ਸਲੇਵਰੀ ਹੁੰਦੀ ਸੀਗੀ ਕਿ ਉਹਨਾਂ ਨੂੰ ਕਦੇ ਵੀ ਮਾਰਿਆ ਜਾ ਸਕਦਾ ਸੀਗਾ, ਕਦੇ ਵੀ ਉਹਨਾਂ ਨੂੰ ਵੇਚਿਆ ਜਾ ਸਕਦਾ ਸੀਗਾ। ਜਿਵੇਂ ਬਾਕੀ ਦੇ ਤੁਸੀਂ ਡੇਅਰੀ ਫਾਰਮ ਰੱਖਦੇ ਆ, ਬਿਲਕੁਲ ਉਹ ਸਲੇਵ ਨੂੰ ਉਂਝ ਹੀ ਰੱਖਿਆ ਜਾਂਦਾ ਸੀ, ਬਰੀਡ ਕੀਤਾ ਜਾਂਦਾ ਸੀਗਾ, ਫਿਰ ਵੇਚਿਆ ਜਾਂਦਾ ਸੀ। ਕਦੀ ਪੂਰਾ ਪਰਿਵਾਰ ਭਾਵੇਂ ਇਕੱਲਾ, ਇਹ ਜਾਣੀ ਐਡਵਰਟਾਈਜ਼ਮੈਂਟ ਹੈ 1830 ਦੀ, ਤੁਸੀਂ ਅਮਰੀਕਾ ਦੇ ਪ੍ਰੈਸ ਦੇ ਵਿੱਚ ਜਾ ਕੇ ਦੇਖੋ, ਉਦੋਂ ਤੱਕ ਸਲੇਵਰੀ ਅਜੇ ਸੀ। ਸਾਡੇ ਜਾਤਾਂ ਦੇ ਨਾਂ ਦੇ ਉੱਤੇ ਇੱਕ ਪਰਮਾਨੈਂਟ ਸਲੇਵਰੀ ਦਾ ਸੋਸ਼ਲ ਸਿਸਟਮ ਇੱਥੇ ਖੜਾ ਕਰਤਾ, ਉਹ ਚੋਂ ਕਿਵੇਂ ਨਿਕਲਣਾ ਇਹ ਬਹੁਤ ਹੀ ਔਖਾ ਕੰਮ ਹੈਗਾ। ਤੁਸੀਂ ਪੋਲੀਟੀਕਲ ਸਾਇੰਸ ਦੇ ਪ੍ਰੋਫੈਸਰ ਵੀ ਰਹੇ ਹੋ, ਪਹਿਲਾਂ ਤੁਸੀਂ ਦੇਖਿਆ ਸਾਡੇ ਰਾਜਨੀਤਿਕ ਸਿਸਟਮ ਦੇ ਵਿੱਚ ਧੱਕੇ ਨਾਲ ਕਾਨੂੰਨ ਬਣਾਏ ਜਾਣ ਲੋਕਾਂ ਦੀ ਬਿਨਾਂ ਰਾਏ ਤੋਂ ਜਾਂ ਬਿਨਾਂ ਲੋੜ ਤੋਂ, ਇਹ ਪਹਿਲੀ ਵਾਰ, ਇਹ ਵੀ ਸਿਲਸਿਲਾ ਪਹਿਲੀ ਵਾਰ ਹੋ ਰਿਹਾ। ਦੇਖੋ, ਜਿਹੜੀ ਡੈਮੋਕ੍ਰੇਸੀ ਵੋਟਾਂ ਵਾਲੀ ਹੈ, ਲੋਕਾਂ ਨੂੰ ਤੇ ਕੌਣ ਪੁੱਛਦਾ? ਉਹ ਅੰਦਰ ਜਿਹੜੇ ਸੱਤਾ ਦੇ ਮਾਲਕ ਬੈਠੇ ਹੁੰਦੇ ਉਹ ਜੋੜ ਤੋੜ ਕਰਕੇ ਕਾਨੂੰਨ ਬਣਦੇ ਆ। ਹਾਂ, ਜੇ ਕੋਈ ਵਿਰੋਧਤਾ ਪਾਰਲੀਮੈਂਟ ਦੇ ਅੰਦਰ ਜਾਂ ਅਸੈਂਬਲੀਆਂ ਦੇ ਵਿਧਾਨ ਸਭਾਵਾਂ ਦੇ ਅੰਦਰ ਹੁੰਦੀਆਂ ਵੀ ਹੈ ਤਾਂ ਉਹ ਇਸ ਕਰਕੇ ਹੁੰਦੀ ਆ ਕਿ ਤਾਂ ਕਿ ਦੂਸਰੇ ਦੇ ਬਾਅਦ ਉਹਨਾਂ ਨੇ ਲੈਣੀ ਹੁੰਦੀ ਆ, ਆਪ ਸੱਤਾ ਲੈਣੀ ਹੁੰਦੀ ਆ, ਉਹ ਸੱਤਾ ਕਰਕੇ ਵਿਰੋਧ ਆ। ਜਿਵੇਂ ਹੁਣ ਕਾਂਗਰਸ ਜਿਹੜੀ ਆ ਕਿਸਾਨਾਂ ਦੇ ਹੱਕ 'ਚ ਲੱਗ ਰਹੀ ਹੈ, ਕੁਛ ਨਾ ਕੁਛ ਉਹਨਾਂ ਦਾ ਕਰ ਵੀ ਰਹੀ ਹੈ, ਪਰ ਉਹ ਪਤਾ ਲੱਗਦਾ ਕਿ ਇਹ ਦਿਖਾਵੇ ਦੀ ਆ, ਅਸਲੀਅਤ ਵਿੱਚ ਨਹੀਂ। ਜੇ ਅਸਲੀਅਤ ਵਿੱਚ ਅਕਾਲੀ ਦਲ ਹੋਵੇ ਜਾਂ ਕਾਂਗਰਸ ਹੋਵੇ, ਜੇ ਪੰਜਾਬ ਦੇ ਵਿੱਚ ਉਹਨਾਂ ਨੇ ਕੁਛ ਕਰਨਾ ਹੋਵੇ
ਮੈਂ ਇੰਨੀ ਗੱਲ ਹੀ ਕਹਿਣੀ ਚਾਹੁੰਦਾ ਐਗਜ਼ਾਮਪਲ ਲਈ ਕਰਨਾ ਹੋਵੇ ਤੇ ਕੀ ਵੱਡੇ ਵੱਡੇ ਜਲੂਸ ਕੱਢ ਕੇ ਦਿੱਲੀ ਨੂੰ ਉਹ ਨਹੀਂ ਲਿਜਾ ਸਕਦੇ, ਇੰਨੀ ਆਰਗੇਨਾਈਜ਼ਡ ਪਾਵਰ ਹੈ ਉਹਨਾਂ ਕੋਲ, ਕੋਈ ਕਿਸੇ ਕਿਸਮ ਦਾ ਤੁਸੀਂ ਵੱਡਾ ਮਜ਼ਾਰਾ ਉਹਨਾਂ ਨੂੰ ਦੇਖਦੇ ਆ, ਕਿਸਾਨ ਵਿਚਾਰੇ ਲੱਗੇ ਆ। ਇਸ ਕਰਕੇ ਲੋਕਾਂ ਦੇ ਹੱਕਾਂ ਦੀ ਰਾਖੀ ਕਰਨਾ ਅੰਦਰੋਂ ਪਾਰਲੀਮੈਂਟਾਂ ਜਾਂ ਅਸੈਂਬਲੀਆਂ 'ਚੋਂ ਬਹੁਤ ਘੱਟ ਉਮੀਦ ਆ। ਉਹ ਤੇ ਲੋਕ ਮੂਵਮੈਂਟ, ਲੋਕ ਮਹਾਜ, ਲੋਕਾਂ ਦਾ ਏਕਾ, ਬੇਇਤਫਾਕੀ ਕਿੰਨੀ ਘੱਟ ਹੋਊਗੀ, ਏਕਾ ਕਿੰਨਾ ਵੱਧ ਹੋਊਗਾ, ਤਾਂ ਹੀ ਤੁਸੀਂ ਇਹਨਾਂ ਲੋਕਾਂ ਨੂੰ ਇਸ ਗੱਲ ਲਈ ਮਜਬੂਰ ਕਰ ਸਕਦੇ ਆ ਕੋਈ ਗਲਤ ਕਾਨੂੰਨ ਨਾ ਲੈ ਕੇ ਆਉਣ, ਜਾਂ ਲੋਕਾਂ ਦੇ ਵਿਰੁੱਧ ਕੋਈ ਇਹੋ ਜਿਹੇ ਹੋਰ ਜਿਸ ਤਰ੍ਹਾਂ ਹੁਣ 3 ਕਾਲੇ ਕਾਨੂੰਨ ਖੇਤੀ ਵਿਰੁੱਧ ਆਇਆ, ਇਹੋ ਜਿਹੇ ਨਾ ਸੋਚ ਸਕਣ। ਡਾਕਟਰ ਸਾਹਿਬ, ਇੰਡੀਆ ਦਾ ਜਿਹੜਾ ਮੀਡੀਆ ਆਪਾਂ ਕਹਿੰਦੇ ਆ ਨੈਸ਼ਨਲ ਮੀਡੀਆ, ਉਹ ਵੀ ਉਸ ਪਾਸੇ ਨੂੰ ਚੱਲਿਆ ਹੋਇਆ, ਸੱਚ ਉਹ ਵੀ ਨਹੀਂ ਦਿਖਾਉਂਦਾ, ਕਿਤੇ ਨਾ ਕਿਤੇ ਇੱਕ ਹਕੂਮਤ ਦੇ ਨਾਲ ਰਲ ਗਿਆ। ਮੀਡੀਆ ਦਾ ਜਦ ਕਿ ਰੋਲ ਇਹ ਹੁੰਦਾ ਕਿ ਹਕੂਮਤ ਨੂੰ ਸੱਚਾਈ ਦੱਸਣੀ ਹੁੰਦੀ ਆ, ਲੋਕਾਂ ਦੇ ਹਿੱਤ ਦੀ ਗੱਲ ਕਰਨੀ ਹੁੰਦੀ ਹੈ, ਕਿਤੇ ਨਾ ਕਿਤੇ ਫਿਰ ਵਿਕਾਊ ਸਾਰਾ ਸਿਸਟਮ ਹੋ ਗਿਆ। ਦੇਖੋ ਇਹ ਵੀ ਇੱਕ ਫੇਜ਼ ਹੈਗਾ ਵਿਕਾਊ ਸਿਸਟਮ, ਕਿਉਂਕਿ ਕਮਰਸ਼ੀਅਲ ਲਾਈਫ ਹੈਗੀ ਹੈ ਤੇ ਬੰਦੇ ਆਪਣਾ ਦੀਨ ਧਰਮ ਕਾਹਦਾ, ਪੈਸਾ ਹੀ ਸਭ ਤੋਂ ਵੱਡਾ ਧਰਮ ਬਣ ਜਾਂਦਾ ਜਿਹੋ ਜਿਹਾ ਇਹ ਯੁੱਗ ਜਾ ਰਿਹਾ ਹੈ ਨਾ, ਕਿ ਜਿਹਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ, ਜਾਂ ਜਿਹੜਾ ਇਹ ਪੁਰਾਣੀ ਅਖਾਣ ਸੀਗਾ, ਕੌਣ ਕਹੇ ਰਾਣੀਏ ਅੱਗਾ ਟੱਕ, ਵੀ ਉਹ ਤੇ ਜੋ ਕਰਦੇ ਉਹ ਫੈਸ਼ਨ ਬਣ ਜਾਂਦਾ, ਇਸ ਲਈ ਉਹ ਹੀ ਸਾਰਿਆਂ ਨੂੰ ਮਨਜ਼ੂਰ ਆ। ਸੱਤਾ ਨੂੰ ਕਿਵੇਂ ਸਲਾਮਾਂ ਹੁੰਦੀਆਂ, ਜਾਂ ਇਸ ਕਰਕੇ ਜਿਹੜੀ ਤੁਸੀਂ ਇਸ ਗੱਲ ਦੇ ਉੱਤੇ ਕਹਿ ਰਹੇ ਆ ਕਿ ਸੌਰੀ ਯਾਰ ਮੈਨੂੰ ਸਵਾਲ ਭੁੱਲ ਗਿਆ ਤੁਹਾਡਾ। ਮੀਡੀਆ, ਨੈਸ਼ਨਲ ਮੀਡੀਆ ਵੀ ਇੱਕ ਧਿਰ ਦਾ ਬਣ ਕੇ ਚੱਲਿਆ। ਬਿਲਕੁਲ, ਜਿਹੜਾ ਨੈਸ਼ਨਲ ਮੀਡੀਆ ਦਾ ਜਿੱਥੋਂ ਤੱਕ ਤੁਸੀਂ ਸਵਾਲ ਕਰ ਰਹੇ ਆ ਕਿ ਇਹ ਵੀ ਇੱਕ ਕਮਰਸ਼ੀਅਲ ਯੁੱਗ ਦਾ ਹਿੱਸਾ ਆ, ਉਹ ਭੁੱਖੇ ਮਰਦੇ ਆ, ਉਹਨਾਂ ਨੂੰ ਐਡਵਰਟਾਈਜ਼ ਨਹੀਂ ਮਿਲਦੀਆਂ, ਐਡਵਰਟਾਈਜ਼ਮੈਂਟ ਸਰਕਾਰਾਂ ਦਿੰਦੀਆਂ, ਸਿੱਧੇ ਪੈਸੇ ਉਹਨਾਂ ਕੋਲ ਪਹੁੰਚਦੇ ਆ ਤੇ ਉਹ ਆਪਣੇ ਸਾਰਿਆਂ ਨੂੰ ਤਨਖਾਹਾਂ ਦੇ ਕੇ ਚੱਲ ਰਹੇ ਆ। ਪਰ ਜਿਹੜਾ ਤੁਸੀਂ ਕਹਿੰਦੇ ਕਿ ਉਹਨਾਂ ਦਾ ਰੋਲ ਬਣਦਾ, ਇਹ ਜੇ ਹੁਣ ਪਰ ਉਹਨਾਂ ਦੇ ਕਲਾਇੰਟੇਲ ਤੇ ਲੋਕ ਆ ਨਾ, ਤੁਸੀਂ ਜਾ ਕੇ ਦੇਖੋ, ਮੇਰੇ ਆਪਣੇ ਘਰ ਵੀ ਟੀਵੀ ਹੈ ਨਹੀਂ, ਬਹੁਤ ਮੈਂ ਲੋਕਾਂ ਨੂੰ ਪੁੱਛਦਾ, ਕਹਿੰਦੇ ਅਸੀਂ ਟੀਵੀ ਦੇਖਣਾ ਹੀ ਬੰਦ ਕਰਤਾ। ਜੇ ਟੀਵੀ ਦੇਖਣਾ ਤੇ ਝੂਠੀ TRP ਜਿਹੜਾ ਪਿੱਛੇ ਸਕੈਂਡਲ ਨਿਕਲਿਆ ਤੁਹਾਡੇ ਸਾਹਮਣੇ ਹੀ ਹੈ ਸਾਰਾ ਪਤਾ, ਤੇ ਇਹਦਾ ਮਤਲਬ ਉਹ ਹੈ ਕਿੱਥੇ, ਉਹ ਤੇ ਸਿਰਫ ਕੰਧਾਂ ਦੇ ਹੋਏ ਲਾਏ ਖਾਲੀ ਟੀਵੀ ਆ, ਲੋਕ ਵੇਖਦੇ ਨਹੀਂ, ਇਸ ਲਈ ਉਹ ਬੰਦ ਹੋ ਜਾਣਗੇ, ਛੇਤੀ ਬੰਦ ਹੋ ਜਾਣਗੇ। ਲੋਕ ਆ ਜਿਹੜਾ ਬਾਕੀ ਦੇ ਚੈਨਲ ਆ, ਵੈਬ ਚੈਨਲ, ਸੋਸ਼ਲ ਮੀਡੀਆ, ਇਹਦੇ ਤੇ ਜ਼ਿਆਦਾ ਭਰੋਸਾ ਕਰਨ ਲੱਗ ਜਾਣਗੇ। ਇਸ ਲਈ ਲੋਕਾਂ ਦੀ ਸਿੰਪਥੀ ਲਏ ਬਗੈਰ, ਲੋਕਾਂ ਦੀ ਮਨਜ਼ੂਰੀ ਲਏ ਬਗੈਰ, ਲੋਕਾਂ ਦੀ ਸਹਿਮਤੀ ਤੋਂ ਬਗੈਰ ਘੱਟੋ ਘੱਟ ਡੈਮੋਕ੍ਰੇਸੀ ਦੇ ਵਿੱਚ ਤੁਸੀਂ ਬਚ ਨਹੀਂ ਸਕਦੇ। ਤੇ ਇੱਕ ਜੋ ਗੋਦੀ ਮੀਡੀਆ ਦੀ ਗੱਲ ਕਰ ਲਈ ਆਪਾਂ, ਉਹਨੂੰ ਮਤਲਬ ਟੇਢੇ ਢੰਗ ਨਾਲ ਕਿਹਾ ਜਾਂਦਾ ਸਰਕਾਰੀ ਮੀਡੀਆ। ਇੱਕ ਹੁਣ ਇਹ ਸਵਾਲ ਆ ਜਾਂਦਾ ਕਿ ਜਿਸ ਤਰ੍ਹਾਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਰਾਮ ਨਾਮ ਸੱਤ ਹੈ ਵਾਲਾ ਹਾਲ ਹੋਏਗਾ, ਕੋਈ ਲੋਕਾਂ ਨੂੰ ਜਾਗਰੂਕ ਵੀ ਹੋਣਾ ਚਾਹੀਦਾ ਕਿ ਜੇ ਥਾਣੇ 'ਚ ਪਰਚਾ ਨਹੀਂ ਦਰਜ ਹੁੰਦਾ ਉਸ ਬਾਰੇ ਸਿੱਧਾ ਕੋਰਟ ਦੇ ਵਿੱਚ ਕਰਾਓ। ਦੇਖੋ, ਪੁਰਚਿਆਂ ਵਾਲਾ ਇੱਕ ਟੈਕਨੀਕਲ ਪਾਰਟ ਆ, ਉਹ ਉੱਥੇ ਲੋਕਾਂ ਨੇ ਸ਼ਾਇਦ ਕਰਾਇਆ ਹੋਊ ਜਾਂ ਨਾ ਕਰਾਉਣਗੇ, ਕੌਣ ਪੁੱਛਦਾ। ਇੱਥੇ ਸੰਨ 84 ਦਾ ਜਿਹੜਾ ਅੱਜ ਅਸੀਂ ਫੰਕਸ਼ਨ ਕਰਕੇ ਹਟੇ ਆ, ਕਿੰਨੇ 36 ਸਾਲ ਹੋ ਗਏ, ਕਿੰਨੇ ਕੁ ਆਪਾਂ ਉਹਦੇ ਤੇ ਕੋਰਟਾਂ ਰਾਹੀਂ ਇਨਸਾਫ ਲੈ ਲਿਆ ਹੈ ਨਾ, ਜਾਂ ਪਰਚਿਆਂ ਰਾਹੀਂ ਇਨਸਾਫ ਲੈ ਲਿਆ। ਸਵਾਲ ਇਹ ਹੈ ਕਿ ਇਸ ਹਾਲਾਤ ਵਿੱਚ ਕੀਤਾ ਕੀ ਜਾਏ, ਤੇ ਮੇਰਾ ਖਿਆਲ ਹੈ ਕਿ ਮੋਦੀ ਜੀ ਹੀ ਇਸ ਗੱਲ ਦੇ ਜਾਮਨ ਹੈਗੇ ਆ। ਉਹਨਾਂ ਦੀ ਹੀ ਥੋੜ੍ਹੀ ਜਿਹੀ ਉਹਨਾਂ ਨੂੰ ਕਹੋ ਕਿ ਸਾਡੇ ਤੇ ਥੋੜ੍ਹੀ ਹੋਰ ਕਿਰਪਾ ਕਰੋ, ਕਿ ਜੋ ਤੁਹਾਡਾ ਮਨੁੱਖਤਾ ਦੇ ਵਿਰੁੱਧ ਦਾਨਵੀ ਚਿਹਰਾ ਆ, ਉਹਨੂੰ ਛੇਤੀ ਨੰਗਾ ਕਰੋ, ਉਹਨੂੰ ਪੂਰੇ ਦਾ ਪੂਰਾ ਨੰਗਾ ਕਰੋ, ਤਾਂ ਕਿ ਜਿਹੜੇ ਬਾਕੀ ਦੇ ਲੋਕ ਆ ਉਹ ਉਸੇ ਤਰੀਕੇ ਨਾਲ ਡਰਦੇ ਮਾਰੇ ਇੱਕਦਮ ਇਕੱਠੇ ਹੋ ਜਾਣ, ਭਾਵੇਂ ਉਹ ਦਲਿਤ ਆ, ਜਾਤਾਂ ਵੀ ਭੁੱਲ ਜਾਣ, ਭਾਵੇਂ ਉਹ ਧਰਮ ਆ, ਫਿਰਕੇ ਆ, ਉਹ ਸਾਰਾ ਕੁਝ ਭੁੱਲ ਕੇ ਇਕੱਠੇ ਹੋ ਜਾਣ, ਕਿਉਂਕਿ ਆ ਗਿਆ ਮੋਦੀ ਦਾ ਉਹ ਚਿਹਰਾ ਜਾਂ ਫਾਸਿਸਟ ਚਿਹਰਾ ਆ ਗਿਆ। ਹੁਣ ਬਿਨਾਂ ਇਕੱਠੇ ਹੋਏ ਹੋਣ ਤੋਂ ਕੋਈ ਛੁਟਕਾਰਾ ਨਹੀਂ। ਉਸੇ ਤਰੀਕੇ ਦੇ ਨਾਲ ਜਿਹੜੀਆਂ ਇੱਥੇ ਘੱਟੋ ਘੱਟ 40 ਕਿਸਾਨ ਯੂਨੀਅਨਾਂ ਹੋਣੀਆਂ ਆ, ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਸਾਡੀ ਤੇ ਬਿਲਕੁਲ ਬਿਜ਼ਨਸ ਹੀ ਸਾਰੀ ਜ਼ਮੀਨ ਹੀ ਸਾਡੇ ਕੋਲ ਚੱਲੀ, ਜ਼ਮੀਨ ਥੱਲਿਓਂ ਨਿਕਲ ਗਈ ਪੈਰਾਂ ਦਿਓ, ਤੇ ਉਹ ਸਾਰੇ ਇਕੱਠੇ ਹੋ ਗਏ ਕਿ ਨਹੀਂ। ਬਿਲਕੁਲ ਇਸ ਕਰਕੇ ਮੇਰਾ ਖਿਆਲ ਅਜੇ ਵੀ ਜਿਹੜਾ ਮੋਦੀ ਜੀ ਆ, ਉਹਨਾਂ ਨੂੰ ਆਪਣਾ ਜਿਹੜਾ ਅਸਲੀ ਚਿਹਰਾ ਉਹ ਬਿਲਕੁਲ ਅਨਮਾਸਕ ਕਰ ਦੇਣਾ ਚਾਹੀਦਾ, ਬਿਲਕੁਲ ਨੰਗਾ ਕਰਕੇ ਆ ਜਾਣਾ ਚਾਹੀਦਾ, ਤਾਂ ਹੀ ਇਹ ਲੋਕ ਸਾਰੇ ਇਕੱਠੇ ਹੋ ਕੇ ਉਹਦਾ ਮੁਕਾਬਲਾ ਦੀ ਜੇ ਆਪਾਂ ਗੱਲ ਕਰ ਲਈਏ, ਇੱਕ ਲੁਕਵਾ ਏਜੰਡਾ ਉਹ ਓਪਨਲੀ ਨਹੀਂ ਕਹਿੰਦੇ, ਮਤਲਬ ਕਿਤੇ ਨਾ ਕਿਤੇ ਅੰਦਰ ਖਾਤੇ ਗੱਲ ਚੱਲ ਰਹੀ ਹੈ ਕਈ ਸਾਲਾਂ ਤੋਂ, ਉਹ ਏਜੰਡਾ ਨਹੀਂ ਉਜਾਗਰ ਕਰਨਗੇ। ਜਿਵੇਂ ਤੁਸੀਂ ਕਿਹਾ ਮੋਦੀ ਜੀ ਆਪਣਾ ਚਿਹਰਾ ਅਸਲੀ ਦਿਖਾ ਦੇਣਾ, ਇਹੀ ਤਾਂ ਫੰਡਾ ਉਹਨਾਂ ਦਾ, ਮਤਲਬ ਇਹੀ ਤਾਂ ਉਹਨਾਂ ਦੀ ਰਾਜਨੀਤੀ ਹੈ। ਦੇਖੋ, RSS ਇੱਕ ਨੈਟਵਰਕ ਹੈਗਾ, ਉਹ ਲੋਕਾਂ 'ਚ ਕੰਮ ਵੀ ਕਰਦੇ ਆ, ਉਹਨਾਂ ਦੀ ਸੋਚ ਵੀ ਹੈ, ਪਰ ਜਿਹੜਾ ਅੰਡਰਗਰਾਊਂਡ ਹੁੰਦਾ ਉਹਦਾ ਕੋਈ ਮਤਲਬ ਨਹੀਂ ਰਹਿੰਦਾ। ਜਦ ਤੱਕ ਤੁਸੀਂ ਸੜਕਾਂ 'ਤੇ ਆ ਕੇ ਜਿਹੜਾ ਬੰਦੇ ਤੇ 10 ਖੜੇ ਹੋ ਕੇ ਬੰਦੂਕ ਲੈ ਕੇ ਕਹਿ ਦੇਣ 1000 ਬੰਦਾ ਵੀ ਆਉਂਦਾ ਹੋਏ ਭੱਜ ਲਊਗਾ, ਉਹ ਜਿਹੜੀ ਜ਼ਹਿਨੀਅਤ ਆ, ਜਾਂ ਉਹ ਜਿਹੜੀ ਵਿਲ ਪਾਵਰ ਆ, ਜਾਂ ਉਹ ਜਿਹੜੀ ਤੁਹਾਡੀ ਮਾਨਸਿਕ ਤੇ ਬਾਹੂਬਲ ਦੀ ਸ਼ਕਤੀ ਹੈਗੀ ਆ, ਜਦੋਂ ਉਹ ਇਕੱਠੀ ਹੋ ਜਾਂਦੀ ਹੈ, ਜਿਹੜੇ ਅੰਡਰਗਰਾਊਂਡ ਏਜੰਡੇ ਉਹਦਾ ਕੋਈ ਅਰਥ ਨਹੀਂ ਰਹਿੰਦਾ। ਉਹ ਕਰਨਗੇ, ਕਰਦੇ ਵੀ ਰਹਿਣਗੇ,
ਪਰ ਉਹਨਾਂ ਦੇ ਵਿੱਚ ਉਹ ਸ਼ਕਤੀ ਲੜਨ ਦੀ ਪੈਦਾ ਨਹੀਂ ਹੋ ਸਕੂਗੀ, ਕਿਉਂਕਿ ਉਹ ਛਿਪ ਕੇ ਕਰਦੇ ਸੱਪ ਵਾਂਗੂ। ਜਿਹੜੇ ਬੰਦਿਆਂ ਨੇ ਨੰਗ ਧੜੰਗ ਬੰਦਿਆਂ ਨੇ ਜਿਨ੍ਹਾਂ ਦੇ ਕੋਲ ਬਚਣ ਦਾ ਹੀ ਕੋਈ ਅਸਾਰ ਨਹੀਂ ਹੈ, ਅਗਲੇ ਦਿਨ ਦੀ ਰੋਟੀ ਦਾ ਕੋਈ ਅਸਾਰ ਨਹੀਂ, ਜਦੋਂ ਉਹਨਾਂ ਨੇ ਲੜਨਾ, ਉਹਨਾਂ ਗੁੱਸੇ ਦੇ ਨਾਲ ਲੜਨਾ, ਤਾਂ ਉਹਦੇ ਵਿੱਚੋਂ ਫਿਰ ਜਿਹੜਾ ਸ਼ਕਤੀ ਪੈਦਾ ਹੁੰਦੀ ਹੈ, ਉਹਦਾ ਭਾਂਬੜ ਦੀ ਅੱਗ ਜਿਹੜੀ ਉਹਦਾ ਸੇਕ ਬਹੁਤ ਦੂਰ ਤੱਕ ਜਾਂਦਾ, ਉਹ ਵੱਡਿਆਂ ਨੂੰ ਸੁਧਾਰ ਦਿੰਦਾ। ਤੇ ਜਿਹੜੇ ਮੋਦੀ ਭਗਤ ਨੇ ਇੱਕ ਐਨਕ ਲੱਗੀ ਹੋਈ ਆ ਮੋਦੀ ਭਗਤਾਂ ਦੇ, ਉਹ ਉਸ ਐਨਕ ਨਾਲ ਇੱਕੋ ਚੀਜ਼ ਸੋਚਦੇ ਆ, ਉਹਨਾਂ ਨੂੰ ਕੀ ਮੈਸੇਜ ਆ ਤੁਹਾਡਾ? ਇਹ ਆਖਰੀ ਸਵਾਲ ਆ ਮੇਰਾ। ਨਹੀਂ, ਮੇਰਾ ਤੇ ਖਿਆਲ ਹੈ ਕਿ ਦੇਖੋ ਉਹਨਾਂ ਨੂੰ ਸੁਧਾਰਨਾ ਤੇ ਬੜਾ ਔਖਾ, ਉਹਨਾਂ ਨੂੰ ਤੇ ਜਦ ਤੱਕ ਤੁਸੀਂ ਥੋੜਾ ਜਿਹਾ ਦਬਾ ਕੇ, ਜਿਸ ਤਰ੍ਹਾਂ ਹੁਣ ਪੰਜਾਬ ਦੇ ਕਿਸਾਨਾਂ ਨੇ ਜਵਾਬ ਦਿੱਤਾ, ਉਸੇ ਤਰੀਕੇ ਨਾਲ ਉਹਨਾਂ ਦੇ ਜਿਹੜੇ ਵਾਧੂ ਖੰਭ ਫੈਲੇ ਆ, ਉਹ ਜੇ ਜਦ ਤੱਕ ਕੱਟਦੇ ਨਹੀਂ ਹੈ, ਉਹਨਾਂ ਦੀ ਐਨਕ ਦੇ ਅੱਗੇ ਜਿਹੜੀ ਧੁੰਦ ਆ ਉਹ ਦੂਰ ਹਟ ਨਹੀਂ ਸਕਦੀ। ਠੀਕ ਹੈ, ਧੰਨਵਾਦ। ਸੋ ਇਹ ਸਨ ਪੰਜਾਬੀ ਚਿੰਤਕ ਪ੍ਰੋਫੈਸਰ ਮਨਜੀਤ ਸਿੰਘ, ਜਿਨ੍ਹਾਂ ਨੇ ਸਪਸ਼ਟ ਕਿਹਾ ਕਿ ਸਾਡੇ ਜਿਹੜੇ ਦੇਸ਼ ਦੀ ਰਾਜਨੀਤੀ ਆ ਉਲਟ ਪਾਸੇ ਗਈ ਹੋਈ ਆ, ਉਹ ਲੋਕ ਹਿੱਤ ਵਿੱਚ ਨਹੀਂ। ਮੀਡੀਆ ਵੀ ਆਪਣੀ ਭੂਮਿਕਾ ਸਹੀ ਨਹੀਂ ਨਿਭਾ ਰਿਹਾ। ਦੇਖਦੇ ਹਾਂ ਲੋਕਾਂ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਕਿੰਨੀ ਕੁ ਜਾਗਰੂਕਤਾ ਆਵੇਗੀ। ਕੈਮਰਾਮੈਨ ਕੁਲਜਿੰਦਰ ਸੂਦ ਦੇ ਨਾਲ ਦਰਸ਼ਨ ਸਿੰਘ ਖੋਖਰ, ਚੰਡੀਗੜ੍ਹ। ਤੁਸੀਂ ਹੈਰਾਨ ਤੇ ਜ਼ਰੂਰ ਹੋ ਰਹੇ ਹੋ ਕਿ ਇੱਕ ਬੰਦਾ ਪੈਂਟ ਕਮੀਜ਼ ਪਾ ਕੇ ਟਰੈਕਟਰ ਚਲਾ ਰਿਹਾ ਹੈ, ਖੇਤੀ ਕਰ ਰਿਹਾ ਹੈ। ਜੀ ਹਾਂ, ਦੁਨੀਆ ਬੜੀ ਤੇਜ਼ ਰਫ਼ਤਾਰ ਨਾਲ ਬਦਲ ਰਹੀ ਹੈ, ਤਾਂ ਫਿਰ ਸਾਡੀ ਖੇਤੀ ਕਿਉਂ ਨਾ ਬਦਲੇ? ਖੇਤੀ ਨੂੰ ਲਾਹੇਵੰਦ ਬਣਾਉਣ ਲਈ ਬਹੁਤ ਜ਼ਰੂਰੀ ਹੈ ਆਧੁਨਿਕ ਜਾਣਕਾਰੀ ਅਤੇ ਤਕਨੀਕ ਨਾਲ ਜੁੜਨਾ। ਕੇਂਦਰ ਵੱਲੋਂ ਕਾਨੂੰਨ ਆਇਆ ਹੈ, ਇਹਦਾ ਬਹੁਤ ਵੱਡੇ ਪੱਧਰ ਤੇ ਵਿਰੋਧ ਹੋਇਆ। ਇੰਨੀ ਕੁ ਮਿੱਠੀ ਜ਼ਹਿਰ ਦਿੱਤੀ ਹੈ, ਅੱਜ ਆਪਾਂ ਨੂੰ ਇੱਕ ਦਿਖਾ ਰਹੇ ਨੇ। ਗਲੋਬਲ ਪੰਜਾਬ ਟੀਵੀ ਤੁਹਾਨੂੰ ਜੋੜੇਗਾ ਬਦਲਦੀ ਖੇਤੀ ਦੁਨੀਆ ਨਾਲ। ਤੁਸੀਂ ਇੰਜੀਨੀਅਰਿੰਗ ਦੀ ਡਿਗਰੀ ਕਰਕੇ ਫੇਰ ਖੇਤਾਂ 'ਚ ਆ ਗਏ। ਖੇਤੀ ਪ੍ਰੋਗਰਾਮਾਂ ਦੇ ਤਜਰਬੇਕਾਰ ਅਮਰਜੀਤ ਸਿੰਘ ਵੜੈਚ ਦਾ ਵਿਸ਼ੇਸ਼ ਸ਼ੋਅ ਫਾਰਮ ਹਾਊਸ, ਹਰ ਐਤਵਾਰ 7:30 ਵਜੇ ET ਤੁਹਾਡੇ ਆਪਣੇ ਗਲੋਬਲ ਪੰਜਾਬ ਟੀਵੀ ਤੇ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।